ਦੋਸਤੋ ਇਸ ਕਹਾਣੀ ਦਾ ਸਹੀ ਮਜ਼ਾ ਲੈਣ ਲਈ ਹੈੱਡਫੋਨਸ ਜ਼ਰੂਰ ਲਗਾਓ। ਇਹ ਸੱਚੀ ਘਟਨਾ ਹੈ ਜਿਸ ਨੂੰ ਆਪਣੀ ਅੱਖਾਂ ਦੇ ਸਾਹਮਣੇ ਘਟਦਾ ਹੋਇਆ ਮਹਿਸੂਸ ਕਰੋ। ਤਾਂ ਫਿਰ ਦੇਰੀ ਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਇਸ ਕਹਾਣੀ ਨੂੰ। ਸੋਨੂ ਰਾਤ ਦੇ ਹਨੇਰੇ ਵਿੱਚ ਆਪਣੀ ਕਾਰ ਚਲਾ ਰਿਹਾ ਸੀ। ਸੋਨੂ ਨੂੰ ਆਪਣੀ ਕਾਰ ਚਲਾਉਣਾ ਅਤੇ ਦੂਰ ਦੂਰ ਤੱਕ ਸਫ਼ਰ ਕਰਨਾ ਪਸੰਦ ਸੀ। ਸੋਨੂ ਦੇ ਨਾਲ ਵਾਲੀ ਸੀਟ ਤੇ ਉਸ ਦਾ ਦੋਸਤ ਰਮੇਸ਼ ਬੈਠਾ ਸੀ। ਦੋਵੇਂ ਮੁੰਬਈ ਤੋਂ ਮੇਹਰ ਭਗਤਵਤੀ ਦੇ ਦਰਸ਼ਨਾਂ ਲਈ ਜਾ ਰਹੇ ਸਨ। ਸੋਨੂ ਦੇ ਮਾਤਾ ਪਿਤਾ ਨੇ ਬਹੁਤ ਸਮਝਾਇਆ ਕਿ ਬੇਟਾ ਤੂੰ ਇੰਨੀ ਲੰਬੀ ਦੂਰੀ ਦਾ ਸਫ਼ਰ ਰੇਲ ਗੱਡੀ ਰਾਹੀਂ ਕਰ ਲਵੀਂ, ਪਰ ਸੋਨੂ ਨਹੀਂ ਮੰਨਿਆ ਅਤੇ ਆਪਣੇ ਦੋਸਤ ਨਾਲ ਕਾਰ ਰਾਹੀਂ ਚਲਾ ਗਿਆ। ਰਾਤ ਦੇ ਕਰੀਬ 2 ਵਜੇ ਹੋਣਗੇ। ਕਾਰ ਸੜਕ ਤੇ ਦੌੜ ਰਹੀ ਸੀ। ਰਹਿ ਕੇ ਇੱਕੇ ਦੁੱਕੇ ਕੁਝ ਟਰੱਕ ਆਦਿ ਵੀ ਉੱਥੋਂ ਲੰਘ ਰਹੇ ਸਨ ਕਿ ਅਚਾਨਕ ਕਾਰ ਵਿੱਚ ਕੋਈ ਗੜਬੜ ਹੋ ਗਈ ਅਤੇ ਸੋਨੂ ਨੇ ਕਾਰ ਸੜਕ ਕਿਨਾਰੇ ਰੋਕ ਲਈ। ਸੋਨੂ ਨੂੰ ਹੁਣ ਕਾਰ ਤੋਂ ਹੇਠਾਂ ਉਤਰਿਆ, ਬੋਨਟ ਖੋਲ੍ਹਿਆ ਅਤੇ ਜਾਂਚ ਸ਼ੁਰੂ ਕੀਤੀ। ਕਾਰ ਵਿੱਚ ਉਸ ਦਾ ਦੋਸਤ ਰਮੇਸ਼ ਬੈਠਾ ਸੀ। ਕਾਫੀ ਇੱਧਰ ਉੱਧਰ ਕਰਨ ਤੋਂ ਬਾਅਦ ਸੋਨੂ ਨੇ ਰਮੇਸ਼ ਨੂੰ ਕਾਰ ਸਟਾਰਟ ਕਰਨ ਲਈ ਕਿਹਾ, ਪਰ ਇਹ ਕੀ ਹੈ? ਰਮੇਸ਼ ਵਾਰ-ਵਾਰ ਚਾਬੀ ਮੋੜ ਰਿਹਾ ਸੀ, ਪਰ ਹੁਣ ਕਾਰ ਸਟਾਰਟ ਹੋਣ ਦਾ ਨਾਂ ਨਹੀਂ ਲੈ ਰਹੀ ਸੀ। ਸਮਝ ਨਹੀਂ ਆ ਰਿਹਾ ਸੀ ਕਿ ਅਜਿਹੀ ਰਾਤ ਦੋਨਾਂ ਨੂੰ ਕੀ ਕਰਨਾ ਚਾਹੀਦਾ ਹੈ। ਅਚਾਨਕ ਰਮੇਸ਼ ਦਾ ਇੱਕ ਖਿਆਲ ਆਇਆ ਅਤੇ ਉਹ ਸੜਕ ਤੇ ਖੜਾ ਹੋ ਗਿਆ ਅਤੇ ਆਉਣ ਜਾਣ ਵਾਲੇ ਕੁਝ ਵਾਹਨਾਂ ਨੂੰ ਰੋਕਣ ਲਈ ਹੱਥ ਨਾਲ ਇਸ਼ਾਰਾ ਕਰਨ ਲੱਗਾ, ਪਰ ਕੋਈ ਵੀ ਗੱਡੀ ਰੁਕਣ ਨੂੰ ਤਿਆਰ ਨਹੀਂ ਸੀ। ਇਹ ਵੀ ਹੋ ਸਕਦਾ ਹੈ ਰਾਤ ਦੇ ਸਮੇਂ ਅਤੇ ਸੁਨਸਾਨ ਖੇਤਰ ਕਾਰਨ ਕੋਈ ਵੀ ਜੋਖਮ ਨਹੀਂ ਉਠਾਉਣਾ ਚਾਹੁੰਦਾ, ਕਿਉਂਕਿ ਹਾਈਵੇ ਆਦਿ ਤੇ ਰਾਤ ਸਮੇਂ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਸਨ। ਅਚਾਨਕ ਉਹਨਾਂ ਨੇ ਇੱਕ ਕਾਰ ਨੂੰ ਆਉਂਦੇ ਦੇਖਿਆ। ਕਾਰ ਬਾਬਾ ਆਦਮ ਦੇ ਸਮੇਂ ਵਰਗੀ ਲੱਗ ਰਹੀ ਸੀ, ਜਾਂ ਕਹਿ ਲਓ ਕਿਸੇ ਰਾਜੇ ਬਾਦਸ਼ਾਹ ਦੀ ਕਾਰ ਵਾਂਗ ਸੀ। ਜਿਵੇਂ ਹੀ ਕਾਰ ਰੁਕੀ, ਸੋਨੂ ਭੱਜ ਕੇ ਕਾਰ ਵੱਲ ਗਿਆ। ਉਸ ਕਾਰ 'ਚ ਡਰਾਈਵਰ ਤੋਂ ਇਲਾਵਾ 3 ਹੋਰ ਲੋਕ ਬੈਠੇ ਸਨ। ਇਹਨਾਂ 3 ਵਿੱਚੋਂ ਇੱਕ ਔਰਤ ਅਤੇ ਇੱਕ ਕਿਸ਼ੋਰੀ ਸੀ। ਸੋਨੂ ਕਾਰ ਵਿੱਚ ਬੈਠੇ ਲੋਕਾਂ ਨੂੰ ਕਹਿਣ ਲੱਗਾ ਕਿ ਮੇਰੀ ਕਾਰ ਖਰਾਬ ਹੋ ਗਈ ਹੈ। ਜੇਕਰ ਕੋਈ ਨੇੜੇ ਤੇੜੇ ਬਸਤੀ ਜਾਂ ਗੈਰੇਜ ਹੈ ਤਾਂ ਇਸ ਨੂੰ ਉੱਥੇ ਲੈ ਜਾਣਾ ਹੈ। ਉਸ ਦੀ ਗੱਲ ਸੁਣ ਕੇ ਉਸ ਕਾਰ ਦਾ ਡਰਾਈਵਰ ਹੇਠਾਂ ਉਤਰ ਗਿਆ ਅਤੇ ਆਪਣੀ ਕਾਰ ਦੇ ਟਰੰਕ ਵਿੱਚੋਂ ਪਤਲੀ ਤਾਰ ਕੱਢ ਲਈ। ਇਸ ਤੋਂ ਪਹਿਲਾਂ ਕਿ ਸੋਨੂ ਕੁਝ ਸਮਝਦਾ, ਡਰਾਈਵਰ ਨੇ ਸੋਨੂ ਦੀ ਕਾਰ ਨੂੰ ਆਪਣੀ ਕਾਰ ਨਾਲ ਬੰਨ੍ਹ ਲਿਆ ਸੀ। ਕਾਰ ਨੂੰ ਬੰਨ੍ਹਣ ਤੋਂ ਬਾਅਦ ਡਰਾਈਵਰ ਨੇ ਸੋਨੂ ਨੂੰ ਆਪਣੀ ਸਟੀਅਰਿੰਗ ਸੀਟ ਤੇ ਬੈਠਣ ਲਈ ਇਸ਼ਾਰਾ ਕੀਤਾ। ਜਿਵੇਂ ਹੀ ਸੋਨੂ ਸਟੀਅਰਿੰਗ ਵੀਲ ਤੇ ਬੈਠਾ, ਰਮੇਸ਼ ਵੀ ਸੋਨੂ ਦੇ ਨਾਲ ਵਾਲੀ ਸੀਟ ਤੇ ਬੈਠ ਗਿਆ। ਹੁਣ ਉਸ ਦੀ ਕਾਰ ਨੂੰ ਖਿੱਚ ਕੇ ਉਹ ਪੁਰਾਣੀ ਕਾਰ ਕੱਚੀ ਸੜਕ ਤੇ ਚੱਲਣ ਲੱਗੀ। ਸੋਨੂ ਅਤੇ ਰਮੇਸ਼ ਆਰਾਮਦੇਹ ਜਾਪਦੇ ਸਨ। ਉਸਨੂੰ ਕਿਸੇ ਕਿਸਮ ਦਾ ਡਰ ਮਹਿਸੂਸ ਨਹੀਂ ਹੋ ਰਿਹਾ ਸੀ, ਕਿਉਂਕਿ ਇਸ ਪੁਰਾਣੀ ਕਾਰ ਦੀ ਸਵਾਰੀਆਂ ਅਮੀਰ ਪਰਿਵਾਰ ਤੋਂ ਲੱਗਦੀਆਂ ਸਨ। ਕਰੀਬ 15-20 ਮਿੰਟਾਂ ਬਾਅਦ ਉਸ ਦੀ ਕਾਰ ਪੁਰਾਣੀ ਹਵੇਲੀ ਦੇ ਸਾਹਮਣੇ ਖੜੀ ਸੀ। ਸੋਨੂ ਅਤੇ ਰਮੇਸ਼ ਆਪਣੀ ਕਾਰ ਤੋਂ ਉਤਰ ਗਏ ਹਨ। ਉਸ ਦਾ ਡਰਾਈਵਰ ਦੂਜੀ ਕਾਰ ਵਿੱਚੋਂ ਉਤਰਿਆ ਅਤੇ ਦਬੀ ਹੋਈ ਆਵਾਜ਼ ਵਿੱਚ ਕਿਹਾ, ਤੁਸੀਂ ਲੋਕ ਅੰਦਰ ਚਲੇ ਜਾਓ। ਹੁਣੇ ਮਕੈਨਿਕ ਨੂੰ ਬੁਲਾ ਕੇ ਤੁਹਾਡੀ ਕਾਰ ਨੂੰ ਠੀਕ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਤੁਸੀਂ ਲੋਕ ਆਪਣੇ ਰਸਤੇ ਤੇ ਹੋਵੋਗੇ। ਸੋਨੂ ਅਤੇ ਰਮੇਸ਼ ਬਿਨਾਂ ਕੁਝ ਕਹੇ ਡਰਾਈਵਰ ਨਾਲ ਪੁਰਾਣੀ ਹਵੇਲੀ ਵਿੱਚ ਦਾਖਲ ਹੋ ਗਏ। ਹਵੇਲੀ ਬਹੁਤ ਵੱਡੀ ਸੀ ਅਤੇ ਬਹੁਤ ਪੁਰਾਣੀ ਲੱਗ ਰਹੀ ਸੀ। ਇੱਕ ਗੱਲ ਨੇ ਸੋਨੂ ਅਤੇ ਰਮੇਸ਼ ਨੂੰ ਪਰੇਸ਼ਾਨ ਕੀਤਾ ਹੋਇਆ ਸੀ ਕਿ ਇਹ ਹਵੇਲੀ ਇੰਨੀ ਗੰਦੀ ਕਿਉਂ ਦਿਖਾਈ ਦਿੰਦੀ ਹੈ। ਇਸ ਵਿੱਚ ਤਾਂ ਬਹੁਤ ਸਾਰੇ ਅਮੀਰ ਲੋਕ ਰਹਿੰਦੇ ਹਨ। ਹਰ ਪਾਸੇ ਜਾਲੇ ਲਟਕ ਰਹੇ ਸਨ। ਅਜੀਬ ਜਿਹੀ ਬਦਬੂ ਆ ਰਹੀ ਸੀ। ਸੋਨੂ ਅਤੇ ਰਮੇਸ਼ ਇੱਕ ਦੂਜੇ ਦਾ ਹੱਥ ਘੁੱਟ ਕੇ ਫੜੇ ਹੋਏ ਬੁੱਢੇ ਡਰਾਈਵਰ ਦੇ ਪਿੱਛੇ ਹਵੇਲੀ ਦੇ ਅੰਦਰ ਚਲੇ ਗਏ। ਅਚਾਨਕ ਅਧੜ ਉਮਰ ਦੀ ਔਰਤ ਹੱਥ ਵਿੱਚ ਲੈਂਪ ਲੈ ਕੇ ਆਈ, ਜੋ ਥੋੜੀ ਡਰਾਉਣੀ ਲੱਗ ਰਹੀ ਸੀ। ਉਸਨੇ ਉਸ ਡਰਾਈਵਰ ਨੂੰ ਇਸ਼ਾਰਾ ਕੀਤਾ। ਡਰਾਈਵਰ ਆਪ ਹੀ ਸੋਨੂ ਅਤੇ ਰਮੇਸ਼ ਨੂੰ ਅਧੜ ਉਮਰ ਦੀ ਔਰਤ ਦੇ ਪਿੱਛੇ ਚੱਲਣ ਦਾ ਇਸ਼ਾਰਾ ਕਰਦਾ ਹੋਇਆ ਦੂਜੇ ਪਾਸੇ ਚਲਾ ਗਿਆ। ਅਧੜ ਉਮਰ ਦੀ ਔਰਤ ਦੋਹਾਂ ਦੇ ਨਾਲ ਇੱਕ ਵੱਡੇ ਕਮਰੇ ਵਿੱਚ ਦਾਖਲ ਹੋਈ। ਕਮਰਾ ਬਹੁਤ ਵਧੀਆ ਸੀ, ਪਰ ਹੈਰਾਨੀ ਦੀ ਗੱਲ ਸੀ ਕਿ ਇਸ ਪੁਰਾਣੀ ਗੰਦੀ ਹਵੇਲੀ ਵਿੱਚ ਇੰਨਾ ਸੁੰਦਰ ਵਧੀਆ ਸਜਾਵਟ ਵਾਲਾ ਕਮਰਾ ਕਿਵੇਂ ਹੋ ਸਕਦਾ ਹੈ। ਕਮਰਾ ਦੁੱਧ ਦੀ ਰੋਸ਼ਨੀ ਨਾਲ ਭਰਿਆ ਹੋਇਆ ਸੀ, ਪਰ ਇਹ ਰੋਸ਼ਨੀ ਕਿੱਥੋਂ ਆ ਰਹੀ ਸੀ ਕੁਝ ਪਤਾ ਨਹੀਂ ਸੀ। ਸੋਨੂ ਅਤੇ ਰਮੇਸ਼ ਉਸ ਕਮਰੇ ਵਿੱਚ ਆਲੀਸ਼ਾਨ ਕੁਰਸੀਆਂ ਤੇ ਬੈਠ ਗਏ। ਉਹਨਾਂ ਦੀ ਆਓ ਭਗਤ ਸ਼ੁਰੂ ਹੋ ਗਈ ਸੀ, ਪਰ ਹੁਣ ਦੋਨਾਂ ਨੂੰ ਕਈ ਗੱਲਾਂ ਅਜੀਬ ਲੱਗਣ ਲੱਗੀਆਂ। ਹੁਣ ਉਸ ਵੱਡੇ ਕਮਰੇ ਵਿੱਚ ਘੱਟੋ ਘੱਟ 12 ਤੋਂ 15 ਲੋਕ ਇਕੱਠੇ ਹੋ ਗਏ ਸਨ। ਕਿਤੇ ਸਵਾਦਿਸ਼ਟ ਭੋਜਨ ਦੀ ਮਹਿਕ ਆ ਰਹੀ ਸੀ ਤੇ ਕਿਤੇ ਪੈਗਾਂ ਦਾ ਦੌਰ ਸ਼ੁਰੂ ਹੋ ਗਿਆ ਸੀ। ਦੋਸਤੋਂ ਇੱਕ ਜ਼ਰੂਰੀ ਗੱਲ, ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਹਾਂ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੁਹਾਡੇ ਵੀਰ ਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ। ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ। ਹੁਣੇ ਸਬਸਕ੍ਰਾਈਬ ਕਰੋ ਜੀ। ਹੁਣ ਚੱਲਦੇ ਹਾਂ ਆਪਣੀ ਕਹਾਣੀ ਦੀ ओर।
ਸੋਨੂੰ ਹਰ ਰੋਜ਼ ਦੂਰ ਦੂਰ ਤੱਕ ਜਾਂਦਾ ਸੀ। ਉਹ ਰਾਤ ਨੂੰ ਕਿਤੇ ਵੀ ਜਾਂਦਾ ਸੀ। ਉਹ ਭੂਤਾਂ ਵਿੱਚ ਵਿਸ਼ਵਾਸ ਕਰਦਾ ਸੀ, ਪਰ ਉਹ ਬਹੁਤ ਨਿਡਰ ਸੀ। ਉਹ ਆਪਣੇ ਆਪ ਨੂੰ ਮਾਂ ਮਿਹਰ ਵਾਲੀ ਦਾ ਭਗਤ ਮੰਨਦਾ ਸੀ ਅਤੇ ਸਾਲ ਵਿੱਚ ਘੱਟੋ ਘੱਟ 2 ਵਾਰ ਮਾਂ ਦੇ ਦਰਸ਼ਨ ਕਰਦਾ ਸੀ। ਉਹ ਹਮੇਸ਼ਾ ਆਪਣੀ ਮਾਂ ਦੀ ਮਾਲਾ ਆਪਣੇ ਗਲੇ ਵਿੱਚ ਲਟਕਾਉਂਦਾ ਸੀ ਅਤੇ ਕਮੀਜ਼ ਦੀ ਉੱਪਰਲੀ ਜੇਬ ਵਿੱਚ ਇੱਕ ਛੋਟੀ ਦੁਰਗਾ ਚਾਲੀਸਾ ਵੀ ਰੱਖਦਾ ਸੀ। ਜਦੋਂ ਵੀ ਉਸ ਨੂੰ ਸਮਾਂ ਮਿਲਦਾ ਉਹ ਇਹ ਚਾਲੀਸਾ ਕੱਢ ਕੇ ਪੜ੍ਹਦਾ ਸੀ। ਪਰ ਅੱਜ ਨਿਡਰ ਸੋਨੂੰ ਨੂੰ ਇਹ ਮਹਿਸੂਸ ਹੋਣ ਲੱਗਾ ਕਿ ਉਹ ਅਤੇ ਉਸ ਦਾ ਦੋਸਤ ਕਿਸੇ ਵੱਡੀ ਮੁਸੀਬਤ ਵਿੱਚ ਫਸ ਗਏ ਹਨ। ਉਸ ਦੇ ਆਲੇ ਦੁਆਲੇ ਦੇ ਲੋਕ ਅਤੇ ਉਹਨਾਂ ਦਾ ਵਿਵਹਾਰ ਕਈ ਵਾਰ ਅਜੀਬ ਅਤੇ ਹੈਰਾਨ ਕਰਨ ਵਾਲਾ ਜਾਪਦਾ ਸੀ। ਸੋਨੂੰ ਫਿਰ ਵੀ ਡਰਿਆ ਨਹੀਂ ਅਤੇ ਹਿੰਮਤ ਨਾਲ ਕੰਮ ਲਿੱਤਾ। ਉਸਨੇ ਆਪਣੇ ਦੋਸਤ ਨੂੰ ਉੱਠ ਕੇ ਨੇੜੇ ਦੇ ਸੋਫੇ ਤੇ ਬੈਠਣ ਦਾ ਇਸ਼ਾਰਾ ਕੀਤਾ ਅਤੇ ਨਾਲ ਹੀ ਇਸ਼ਾਰੇ 'ਚ ਕਿਹਾ ਕਿ ਤੂੰ ਮੇਰਾ ਹੱਥ ਘੁੱਟ ਕੇ ਫੜ ਲੈ। ਬਿਲਕੁਲ ਵੀ ਨਹੀਂ ਡਰੀ। ਹੁਣ ਜਿਸ ਸੋਫੇ ਤੇ ਸੋਨੂੰ ਅਤੇ ਰਮੇਸ਼ ਬੈਠੇ ਸਨ, ਨੇੜੇ ਹੀ ਇੱਕ ਆਲੀਸ਼ਾਨ ਸ਼ੀਸ਼ਾ ਸੀ। ਸੋਨੂੰ ਉਹ ਸ਼ੀਸ਼ੇ ਵਿੱਚ ਸਮੇਂ-ਸਮੇਂ ਤੇ ਤੰਗ ਅੱਖਾਂ ਨਾਲ ਦੇਖ ਰਿਹਾ ਸੀ। ਰਮੇਸ਼ ਨੂੰ ਅਜੀਬ ਲੱਗਾ ਕਿ ਸੋਨੂੰ ਉਹਨਾਂ ਕੁਰਸੀਆਂ ਤੋਂ ਉੱਠ ਕੇ ਇਸ ਸੋਫੇ ਤੇ ਕਿਉਂ ਬੈਠ ਗਿਆ ਹੈ। ਸ਼ਾਇਦ ਸੋਨੂੰ ਸਮਝ ਗਿਆ ਸੀ ਕਿ ਰਮੇਸ਼ ਦੇ ਮਨ ਵਿੱਚ ਕੀ ਸਵਾਲ ਉੱਠ ਰਿਹਾ ਹੈ। ਉਸਨੇ ਉਸ ਨੂੰ ਸ਼ੀਸ਼ੇ ਵਿੱਚ ਦੇਖਣ ਲਈ ਕਿਹਾ, ਆਹ ਕੀ ਹੈ? ਰਮੇਸ਼ ਨੇ ਜਿਵੇਂ ਹੀ ਸ਼ੀਸ਼ੇ ਵਿੱਚ ਦੇਖਿਆ, ਉਸ ਦੀ ਸਿੱਟੀ ਪਿੱਟੀ ਗੁੰਮ ਹੋ ਗਈ। ਡਰ ਨਾਲ ਉਸ ਦਾ ਚਿਹਰਾ ਫਿੱਕਾ ਪੈ ਗਿਆ। ਅਸਲ ਵਿੱਚ ਉਸ ਕਮਰੇ ਵਿੱਚ ਚੱਲਦੇ ਫਿਰਦੇ ਚੰਗੇ ਲੋਕ ਇਸ ਸ਼ੀਸ਼ੇ ਵਿੱਚ ਭਿਆਨਕ ਦਿਖਾਈ ਦੇ ਰਹੇ ਸਨ। ਇੰਨਾ ਭਿਆਨਕ ਕਿ ਰਮੇਸ਼ ਦਾ ਦਿਲ ਮੂੰਹ ਨੂੰ ਆ ਗਿਆ ਸੀ। ਉਹ ਪੂਰੀ ਤਰ੍ਹਾਂ ਪਸੀਨੇ ਨਾਲ ਭਿੱਜਿਆ ਹੋਇਆ ਸੀ। ਉਸਨੇ ਸ਼ੀਸ਼ੇ ਵਿੱਚ ਇਹ ਵੀ ਦੇਖਿਆ ਕਿ ਇਹ ਲੋਕ ਜੋ ਪਾਣੀ ਜਾਂ ਸ਼ਰਾਬ ਪੀ ਰਹੇ ਹਨ, ਉਹ ਖੂਨ ਵਰਗਾ ਲੱਗ ਰਿਹਾ ਸੀ ਅਤੇ ਲੋਕ ਜੋ ਖਾ ਰਹੇ ਹਨ, ਉਹ ਕਿਸੇ ਦਾ ਮਾਂਸ ਜਾਂ ਹੱਡੀਆਂ ਵਰਗਾ ਲੱਗਦਾ ਸੀ। ਉਹ ਹੁਣ ਪੂਰੀ ਤਰ੍ਹਾਂ ਪਰੇਸ਼ਾਨ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਹੁਣ ਦੋਹਾਂ ਦਾ ਬਚਣਾ ਅਸੰਭਵ ਸੀ। ਅਜੇ ਉਹ ਆਪਸ ਵਿੱਚ ਕੁਝ ਗੱਲਾਂ ਕਰ ਹੀ ਰਹੇ ਸਨ ਕਿ ਵੱਡੀਆਂ ਮੁੱਛਾਂ ਵਾਲਾ ਇੱਕ ਬੁੱਢਾ ਆਦਮੀ ਉਹਨਾਂ ਦੇ ਨੇੜੇ ਆਇਆ। ਉਹ ਲੋਹੇ ਨਾਲ ਟਕਿਆ ਹੋਇਆ ਸੀ ਅਤੇ ਉਸ ਦੇ ਪਿੱਛੇ 2-3 ਨੌਕਰ ਕਿਸਮ ਦੇ ਲੋਕ ਸਨ। ਬੁੱਢੇ ਨੇ ਮੁਸਕਰਾਉਂਦੇ ਹੋਏ ਸੋਨੂੰ ਨੂੰ ਕਿਹਾ ਕਿ ਅੱਜ ਉਸ ਦੀ ਪੋਤੀ ਦਾ ਜਨਮ ਦਿਨ ਹੈ। ਚੰਗਾ ਹੋਇਆ ਤੁਸੀਂ ਵੀ ਆ ਗਏ। ਸਾਡੀ ਪੋਤੀ ਦਾ ਜਨਮ ਦਿਨ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ ਅਤੇ ਸ਼ਾਮਿਲ ਹੋਣ ਵਾਲੇ ਸਾਰੇ ਲੋਕਾਂ ਨੂੰ ਸ਼ਾਹੀ ਕੱਪੜੇ ਪਹਿਨਣੇ ਹੋਣਗੇ। ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨੇੜੇ ਦੇ ਕਮਰੇ ਵਿੱਚ ਜਾ ਕੇ ਆਪਣੇ ਕੱਪੜੇ ਬਦਲੋ। ਇਹ ਕਹਿੰਦੇ ਹੋਏ ਬੁੱਢਾ ਵਾਰ-ਵਾਰ ਸੋਨੂੰ ਦੇ ਗਲ ਵਿੱਚ ਲਟਕਦੀ ਮਾਲਾ ਵੇਖ ਕੇ ਥੋੜਾ ਡਰ ਰਿਹਾ ਸੀ। ਜਦੋਂ ਵੀ ਉਸ ਦੀ ਨਜ਼ਰ ਉਸ ਮਾਲਾ ਵੱਲ ਜਾਂਦੀ ਤਾਂ ਉਹ ਥੋੜਾ ਜਿਹਾ ਡਰ ਜਾਂਦਾ। ਫਿਰ ਅਚਾਨਕ ਇੱਕ ਸੁੰਦਰ ਕਿਸ਼ੋਰੀ ਉੱਥੇ ਆਈ ਅਤੇ ਬਜ਼ੁਰਗ ਵਿਅਕਤੀ ਨੂੰ ਦੇਖ ਕੇ ਬੋਲੀ, ਦਾਦਾ ਜੀ, ਤੁਸੀਂ ਇਸ ਮੌਕੇ ਤੇ ਮੈਨੂੰ ਕੀ ਤੋਹਫਾ ਦੇਣ ਜਾ ਰਹੇ ਹੋ? ਬੁੱਢਾ ਹੱਸ ਪਿਆ ਤੇ ਸੋਨੂੰ ਅਤੇ ਰਮੇਸ਼ ਵੱਲ ਦੇਖ ਕੇ ਬੁੱਢੇ ਨੇ ਕਿਹਾ ਕਿ ਬੇਟੀ, ਮੈਂ ਤੈਨੂੰ ਅਜਿਹਾ ਤੋਹਫਾ ਦੇਵਾਂਗਾ ਕਿ ਤੂੰ ਖੁਸ਼ੀ ਨਾਲ ਨੱਚੇਂਗੀ। ਇਹ ਕਹਿ ਕੇ ਬਜ਼ੁਰਗ ਉੱਚੀ-ਉੱਚੀ ਹੱਸ ਪਿਆ। ਲੱਗਦਾ ਸੀ ਸਾਰਾ ਮਹਿਲ ਉਸਦੇ ਹਾਸੇ ਤੇ ਹੱਸਣ ਲੱਗ ਪਿਆ ਸੀ। ਹੁਣ ਮਾਹੌਲ ਹੋਰ ਵੀ ਡਰਾਵਨਾ ਹੋ ਰਿਹਾ ਸੀ। ਖੈਰ, ਸੋਨੂੰ ਨੇ ਆਪਣੀ ਸੰਜੀਦਗੀ ਨਹੀਂ ਗਵਾਈ ਅਤੇ ਰਮੇਸ਼ ਦਾ ਹੱਥ ਫੜ ਕੇ ਕਾਹਲੀ ਨਾਲ ਆਪਣੇ ਕੱਪੜੇ ਬਦਲਣ ਲਈ ਨੇੜੇ ਦੇ ਕਮਰੇ ਵਿੱਚ ਚਲਾ ਗਿਆ। ਕਮਰੇ ਵਿੱਚ ਪਹੁੰਚ ਕੇ ਰਮੇਸ਼ ਨੇ ਡਰਦੇ ਮਾਰੇ ਕੱਪੜੇ ਉਤਾਰਨੇ ਸ਼ੁਰੂ ਕਰ ਦਿੱਤੇ ਤਾਂ ਸੋਨੂੰ ਨੇ ਉਸ ਨੂੰ ਰੋਕਿਆ ਅਤੇ ਕਿਹਾ, ਮੂਰਖ ਨਾ ਬਣ, ਆਪਣੇ ਕੱਪੜੇ ਪਾਓ। ਅਤੇ ਉਸੇ ਸਮੇਂ ਉਸਨੇ ਆਪਣੀ ਜੇਬ ਵਿੱਚੋਂ ਦੁਰਗਾ ਚਾਲੀਸਾ ਕੱਢ ਕੇ ਰਮੇਸ਼ ਦੀ ਜੇਬ ਵਿੱਚ ਪਾ ਦਿੱਤੀ ਅਤੇ ਕਿਹਾ, ਡਰੋ ਨਹੀਂ। ਦੇਖਿਆ ਨਹੀਂ ਕਿੰਨਾ ਡਰਿਆ ਹੋਇਆ ਉਹ ਬੁੱਢਾ ਮੇਰੀ ਮਾਲਾ ਵੱਲ ਦੇਖ ਰਿਹਾ ਸੀ। ਹੁਣ ਦੋਹਾਂ ਨੇ ਉੱਥੇ ਰੱਖੇ ਕੀਮਤੀ ਸ਼ਾਹੀ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਅਤੇ ਆਪਣੇ ਕੱਪੜਿਆਂ ਦੇ ਉੱਪਰ ਪਹਿਨ ਲਏ। ਕੱਪੜੇ ਪਾਉਣ ਤੋਂ ਬਾਅਦ ਸੋਨੂੰ ਨੇ ਰਮੇਸ਼ ਦਾ ਹੱਥ ਘੁੱਟ ਕੇ ਫੜ ਲਿਆ ਅਤੇ ਉਸ ਨੂੰ ਕਿਹਾ ਕਿ ਡਰੋ ਨਾ, ਮਾਤਾ ਮਿਹਰ ਵਾਲੀ ਸਾਡੇ ਨਾਲ ਹੈ ਅਤੇ ਇਹ ਭੂਤ ਤੇ ਆਤਮਾਵਾਂ ਉਹਨਾਂ ਦੀ ਮੌਜੂਦਗੀ ਵਿੱਚ ਸਾਡਾ ਦੋਹਾਂ ਦਾ ਕੋਈ ਨੁਕਸਾਨ ਨਹੀਂ ਕਰ ਸਕਦੀਆਂ। ਇਸ ਤੋਂ ਬਾਅਦ ਦੋਵੇਂ ਕਮਰੇ ਤੋਂ ਬਾਹਰ ਆ ਗਏ ਅਤੇ ਫਿਰ ਉਸ ਵੱਡੇ ਕਮਰੇ 'ਚ ਆ ਕੇ ਸੋਫੇ ਤੇ ਬੈਠ ਗਏ। ਜਲਦੀ ਹੀ ਪਾਰਟੀ ਸ਼ੁਰੂ ਹੋ ਗਈ। ਉਸ ਬੁੱਢੇ ਦੀ ਪੋਤੀ ਕਿਸੇ ਰਾਜਕੁਮਾਰੀ ਤੋਂ ਘੱਟ ਨਹੀਂ ਲੱਗ ਰਹੀ ਸੀ, ਪਰ ਉਸ ਨੂੰ ਸ਼ੀਸ਼ੇ ਵਿੱਚ ਦੇਖ ਕੇ ਉਹ ਇੱਕ ਬਹੁਤ ਹੀ ਬਦਸੂਰਤ ਡਰਾਉਣੇ ਰੂਪ ਵਿੱਚ ਬਦਲ ਰਹੀ ਸੀ। ਕੁੜੀ ਨੇ ਖੁਸ਼ੀ-ਖੁਸ਼ੀ ਸੋਨੂੰ ਕੋਲ ਆ ਕੇ ਉਸ ਦੇ ਮੋਢੇ ਤੇ ਹੱਥ ਰੱਖਿਆ। ਆਹ ਕੀ ਹੈ? ਜਿਵੇਂ ਹੀ ਮੇਰੇ ਮੋਢੇ ਤੇ ਹੱਥ ਰੱਖਿਆ, ਇੰਜ ਲੱਗਾ ਜਿਵੇਂ ਉਸ ਕੁੜੀ ਨੂੰ 440 ਵੋਲਟ ਦਾ ਬਿਜਲੀ ਦਾ ਕਰੰਟ ਲੱਗਿਆ ਹੈ। ਜਦੋਂ ਤੱਕ ਕੋਈ ਸਮਝ ਸਕਦਾ ਉਦੋਂ ਤੱਕ ਉਹ ਦੂਰ ਜਾ ਕੇ ਡਿੱਗ ਪਈ ਸੀ। ਹੁਣ ਹੰਗਾਮਾ ਹੋ ਰਿਹਾ ਸੀ। ਸੋਨੂੰ ਸਭ ਕੁਝ ਸਮਝ ਰਿਹਾ ਸੀ। ਉਸ ਨੂੰ ਲੱਗਾ ਕਿ ਇਹ ਉਸ ਦੇ ਗਲੇ ਵਿੱਚ ਮਾਲਾ ਹੋਣ ਕਾਰਨ ਹੋਇਆ ਹੋਵੇਗਾ।
ਜਿਵੇਂ ਹੀ ਉਹ ਮੁਟਿਆਰ ਦੂਰ ਡਿੱਗ ਪਈ ਤਾਂ ਕਈ ਭੂਤ ਉਸ ਨੂੰ ਚੁੱਕਣ ਲਈ ਲੱਗ ਪਏ। ਇਸ ਦੌਰਾਨ ਬੁੱਢਾ ਦੌੜਦਾ ਹੋਇਆ ਸੋਨੂ ਦੇ ਕੋਲ ਆਇਆ ਅਤੇ ਉੱਚੀ ਆਵਾਜ਼ ਵਿੱਚ ਕਿਹਾ, ਪਰ ਡਰਦੇ ਹੋਏ, ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਆਪਣੇ ਕੱਪੜੇ ਬਦਲੋ ਅਤੇ ਸਾਡੇ ਕੱਪੜੇ ਪਾਓ, ਪਰ ਤੁਸੀਂ ਨਹੀਂ ਮੰਨਿਆ। ਤੁਸੀਂ ਜੋ ਮਾਲਾ ਆਪਣੇ ਗਲੇ ਵਿੱਚ ਪਾਈ ਹੋਈ ਹੈ ਉਹ ਲਾ ਦਿਓ ਅਤੇ ਸਾਡਾ ਰਿਵਾਜ ਹੈ। ਸੋਨੂ ਨੇ ਸਿਰ ਹਿਲਾ ਕੇ ਕਿਹਾ, ਉਹ ਇਹ ਮਾਲਾ ਕਿਸੇ ਹਾਲਤ ਵਿੱਚ ਨਹੀਂ ਉਤਾਰੇਗਾ। ਅਤੇ ਇਹ ਕਹਿੰਦੇ ਹੀ ਉਸਨੇ ਰਮੇਸ਼ ਦਾ ਹੱਥ ਕੱਸ ਕੇ ਫੜ ਲਿਆ ਅਤੇ ਖੜਾ ਹੋ ਗਿਆ। ਹੁਣ ਉਸ ਕਮਰੇ ਦੀ ਹਾਲਤ ਪੂਰੀ ਡਰਾਉਣੀ ਹੋ ਗਈ ਸੀ। ਜੋ ਲੋਕ ਸਾਧਾਰਨ ਜਾਪਦੇ ਸਨ ਹੁਣ ਉਹ ਭਿਆਨਕ ਬਣ ਗਏ ਸਨ। ਕਈਆਂ ਦੇ ਵੱਡੇ ਵੱਡੇ ਦੰਦ ਨਿਕਲ ਰਹੇ ਸਨ, ਜਦੋਂ ਕਿ ਕੁਝ ਅਜੀਬ ਵਿਵਹਾਰ ਕਰਕੇ ਸੋਨੂ ਅਤੇ ਰਮੇਸ਼ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਇਹਨਾਂ ਦੋਹਾਂ ਦੇ ਨੇੜੇ ਆਉਣ ਦੀ ਕਿਸੇ ਦੀ ਹਿੰਮਤ ਨਹੀਂ ਸੀ। ਸੋਨੂ ਨੇ ਰਮੇਸ਼ ਨੂੰ ਦੱਸਿਆ ਕਿ ਸਵੇਰ ਹੋਣ ਵਾਲੀ ਹੈ ਅਤੇ ਸਵੇਰ ਹੁੰਦੇ ਹੀ ਇਹ ਭੂਤ ਭਰਮ ਦੂਰ ਹੋ ਜਾਵੇਗਾ। ਇਸ ਲਈ ਸਾਨੂੰ ਕੁਝ ਸਮਾਂ ਨਿਡਰਤਾ ਨਾਲ ਇਹਨਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਬਾਅਦ ਦੋਵੇਂ ਫਿਰ ਉਸੇ ਸੋਫੇ ਤੇ ਬੈਠ ਕੇ ਅੱਖਾਂ ਬੰਦ ਕਰਕੇ ਮਹਾਮੇਰ ਵਾਲੀ ਭਗਵਤੀ ਦਾ ਜਾਪ ਕਰਨ ਲੱਗੇ। ਉਸ ਦੇ ਪਾਸਿਓਂ ਬਹੁਤ ਸਾਰੀਆਂ ਆਵਾਜ਼ਾਂ ਚੀਕਾਂ ਆ ਰਹੀਆਂ ਸਨ, ਪਰ ਇਹਨਾਂ ਸਭ ਤੋਂ ਅਣਜਾਣ ਹੋ ਕੇ ਉਹ ਸਿਰਫ ਮਾਂ ਦਾ ਜਾਪ ਕਰਨ ਲੱਗੇ। ਕੁਝ ਸਮੇਂ ਬਾਅਦ ਅਚਾਨਕ ਆਵਾਜ਼ਾਂ ਆਉਣੀਆਂ ਬੰਦ ਹੋ ਗਈਆਂ। ਸੋਨੂ ਅਤੇ ਰਮੇਸ਼ ਨੇ ਹੁਣ ਅੱਖਾਂ ਖੋਲ੍ਹ ਦਿੱਤੀਆਂ। ਹੁਣ ਉੱਥੇ ਇਹਨਾਂ ਦੋਨਾਂ ਤੋਂ ਇਲਾਵਾ ਕੋਈ ਨਹੀਂ ਸੀ। ਇੱਥੇ ਤੱਕ ਕਿ ਕੋਈ ਮਹਿਲ ਵੀ ਨਹੀਂ ਸੀ। ਕੀ ਦੋਵੇਂ ਸੁਪਨਾ ਦੇਖ ਰਹੇ ਸਨ? ਖੈਰ, ਉਹ ਦੋਵੇਂ ਉੱਠ ਕੇ ਜਾਣ ਲਈ ਤਿਆਰ ਹੋ ਗਏ। ਸਵੇਰ ਹੋਣ ਵਾਲੀ ਸੀ ਅਤੇ ਸੂਰਜ ਦੀ ਆਭਾ ਉਸ ਜੰਗਲ ਵਿੱਚ ਹੌਲੀ-ਹੌਲੀ ਫੈਲਣ ਲੱਗੀ ਸੀ। ਅਚਾਨਕ ਸੋਨੂ ਕਾਰ ਕੋਲ ਗਿਆ ਅਤੇ ਦਰਵਾਜ਼ਾ ਖੋਲ੍ਹ ਕੇ ਬੈਠ ਗਿਆ। ਉਸਨੇ ਕਾਰ ਸਟਾਰਟ ਕੀਤੀ ਤਾਂ ਬਿਨਾਂ ਕਿਸੇ ਦੇਰੀ ਦੇ ਕਾਰ ਸਟਾਰਟ ਹੋ ਗਈ। ਹੁਣ ਰਮੇਸ਼ ਵੀ ਕੋਲ ਹੀ ਬੈਠ ਗਿਆ ਸੀ। ਉਹ ਜੰਗਲ ਵਿੱਚੋਂ ਬਾਹਰ ਨਿਕਲੇ ਅਤੇ ਇੱਕ ਕੱਚੀ ਸੜਕ ਫੜ ਲਈ। ਕੁਝ ਦੂਰ ਜਾਣ ਤੋਂ ਬਾਅਦ ਉਹਨਾਂ ਨੂੰ ਚਾਹ ਦਾ ਸਟਾਲ ਨਜ਼ਰ ਆਇਆ। ਸੋਨੂ ਨੇ ਆਪਣੀ ਕਾਰ ਉੱਥੇ ਹੀ ਰੋਕ ਲਈ ਅਤੇ ਕਾਰ ਤੋਂ ਉਤਰ ਕੇ ਉਸ ਟੱਪਰੀ ਕੋਲ ਆ ਗਿਆ। ਜਿਵੇਂ ਹੀ ਉਹ ਟੱਪਰੀ ਕੋਲ ਆਇਆ ਤਾਂ ਦੁਕਾਨਦਾਰ ਨੇ ਸੋਨੂ ਅਤੇ ਰਮੇਸ਼ ਵੱਲ ਕੁਝ ਡਰਦੇ ਹੋਏ ਦੇਖਿਆ ਅਤੇ ਕਿਹਾ, ਜਨਾਬ, ਤੁਸੀਂ ਸਵੇਰੇ ਸਵੇਰੇ ਇਸ ਜੰਗਲ ਵਿੱਚੋਂ ਕਿੱਥੋਂ ਆ ਰਹੇ ਹੋ? ਕਿਤੇ ਤੁਸੀਂ ਲੋਕ ਰਾਤ ਨੂੰ ਉਸ ਜੰਗਲ ਵਿੱਚ ਤਾਂ ਨਹੀਂ ਚਲੇ ਗਏ ਸੀ? ਟੁੱਟੇ ਹੋਏ ਬੈਂਚ ਤੇ ਬੈਠ ਕੇ ਸੋਨੂ ਅਤੇ ਰਮੇਸ਼ ਨੇ ਹੁਣ ਤੱਕ ਦੀ ਸਾਰੀ ਘਟਨਾ ਬਿਆਨ ਕੀਤੀ। ਦੁਕਾਨਦਾਰ ਨੇ ਲੰਬਾ ਸਾਹ ਲੈਂਦਿਆਂ ਕਿਹਾ ਕਿ ਚੰਗਾ ਹੋਇਆ ਤੁਸੀਂ ਲੋਕ ਸਹੀ ਸਲਾਮਤ ਬਚ ਗਏ। ਹੋਰ ਤਾਂ ਹੋਰ ਕਈ ਲੋਕ ਇਹਨਾਂ ਭੂਤਾਂ ਪ੍ਰੇਤਾਂ ਦਾ ਸ਼ਿਕਾਰ ਇਸ ਤਰ੍ਹਾਂ ਹੋ ਚੁੱਕੇ ਹਨ ਕਿ ਜਾਂ ਤਾਂ ਪਾਗਲ ਹੋ ਗਏ ਤੇ ਜਾਂ ਕਿਸੇ ਵੱਡੀ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਦੋਸਤੋ, ਤੁਸੀਂ ਕੀ ਸੋਚਦੇ ਹੋ? ਕਈ ਸਵਾਲ ਸਾਡੇ ਦਿਮਾਗ ਵਿੱਚ ਇਸ ਕਹਾਣੀ ਤੋਂ ਆਉਂਦੇ ਹਨ। ਪਹਿਲਾ ਸਵਾਲ, ਉਹ ਭੂਤ ਕੌਣ ਸਨ? ਦੂਜਾ ਸਵਾਲ, ਉਹ ਹਵੇਲੀ ਜਾਂ ਮਹਿਲ ਕਿੱਥੇ ਗਾਇਬ ਹੋ ਗਿਆ ਸੀ? ਦੋਸਤੋ, ਤੁਹਾਨੂੰ ਕੀ ਲੱਗਦਾ ਹੈ? ਕਿਰਪਾ ਕਰਕੇ ਇਸ ਦਾ ਜਵਾਬ ਤੁਸੀਂ ਕਮੈਂਟ ਵਿੱਚ ਜ਼ਰੂਰ ਲਿਖੋ। ਦੋਸਤੋ, ਤੁਸੀਂ ਵੀ ਆਪਣੀ ਕਹਾਣੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਬਾਕੀ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ? ਕਮੈਂਟ ਕਰਕੇ ਦੱਸੋ। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ, ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਅਤੇ ਸਾਡੇ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਹਮਣੇ ਦਿਖ ਰਹੇ ਵੀਡੀਓ ਤੇ ਕਲਿੱਕ ਕਰਕੇ ਜ਼ਰੂਰ ਦੇਖੋ, ਤੁਹਾਨੂੰ ਇਹ ਵੀ ਪਸੰਦ ਆਉਣਗੇ। ਤਾਂ ਫਿਰ ਚੱਲਦੇ ਹਾਂ, ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।